ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਅੱਜ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦਾ ਸੈਕੰਡ ਚੈਪਟਰ ਵਿਸ਼ਸ ਕਮ ਟਰੂ। ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤੇ ਸੱਚ ਵੀ ਹੁੰਦੀਆਂ ਨੇ। ਇਹ ਗੱਲ ਕਹੀ ਸੀ ਰਵਿੰਦਰਨਾਥ ਟੈਗੋਰ ਨੇ ਤੇ ਇਸ ਤੇ ਆਧਾਰਿਤ ਇੱਕ ਚੈਪਟਰ ਹੈਗਾ। ਚਲੋ ਉਹਨੂੰ ਸਮਝਦੇ ਹਾਂ। ਬਹੁਤ ਹੀ ਇੰਟਰਸਟਿੰਗ ਚੈਪਟਰ ਹੈ। ਸੁਸ਼ੀਲ ਚੰਦਰਾ wanted to do whatever pleased him। ਹੁਣ ਜਿਹੜਾ ਇੱਕ ਇਹਦੇ ਵਿੱਚ ਕਿਰਦਾਰ ਹੈਗਾ ਚੈਪਟਰ ਦੇ ਵਿੱਚ, ਸੁਸ਼ੀਲ ਤੋਂ ਨਾਮ ਯਾਦ ਰੱਖਿਓ। ਉਹ ਜੋ ਵੀ ਉਹਨੂੰ ਖੁਸ਼ ਕਰਦਾ ਸੀ ਉਹ ਕਰਨਾ ਚਾਹੁੰਦੇ ਸੀ, ਜਿਵੇਂ ਕਿ ਪਲੇ ਆਲ ਡੇ, ਸਾਰਾ ਦਿਨ ਖੇਡਣਾ, ਕਲਾਈਮ ਟਰੀਜ਼, ਰੁੱਖਾਂ ਤੇ ਚੜ੍ਹਨਾ, ਐਂਡ ਮਿਸ ਸਕੂਲ, ਤੇ ਸਕੂਲ ਨਾ ਜਾਣਾ। ਇਹ ਉਹੀ ਗੱਲਾਂ ਨੇ ਜੋ ਹਰ ਬੱਚਾ ਕਰਨਾ ਚਾਹੁੰਦਾ ਹੈ। whereas his father ਸੁਬਲ ਚੰਦਰਾ, ਹਾਲਾਂਕਿ ਜਿਹੜਾ ਬੱਚਾ ਸੀ ਉਹ ਇਹ ਸਭ ਮਸਤੀ ਕਰਨਾ ਚਾਹੁੰਦਾ ਸੀ, ਲੇਕਿਨ ਉਸਦੇ ਪਿਤਾ ਜੀ ਸੁਬਲ ਚੰਦਰਾ ਲੌਂਗ ਟੂ ਹੈਵ ਹਿਸ ਚਾਈਲਡਹੁੱਡ ਬੈਕ। ਤੇ ਉਸਦੇ ਜਿਹੜੇ ਪਿਤਾ ਜੀ ਸੀ ਸੁਬਲ ਚੰਦਰਾ, ਉਹ ਆਪਣਾ ਬਚਪਨ ਵਾਪਸ ਲੈ ਕੇ ਆਉਣਾ ਚਾਹੁੰਦੇ ਸੀ, ਸੋ ਦੈਟ ਹੀ ਕੁਡ ਸਟੱਡੀ, ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ, ਹੋਰ ਪੜ੍ਹ ਸਕਣ। The lady of wishes decided to fulfill their wishes for some time। ਤੇ ਆਪਾਂ ਕਹਿ ਸਕਦੇ ਹਾਂ ਵੀ ਸ਼ੁਭ ਕਾਮਨਾਵਾਂ ਜੀ ਜਿਹੜੀ ਦੇਵੀ ਸੀ, ਉਹਨਾਂ ਨੇ ਇਹਨਾਂ ਦੀਆਂ ਗੱਲਾਂ ਸੁਣੀਆਂ ਤੇ ਉਹਦੀ ਇੱਛਾ ਹੋਈ ਵੀ ਇਹਨਾਂ ਦੋਨਾਂ ਦੀ ਮੈਂ ਜਿਹੜੀ ਇੱਛਾ ਹੈਗੀ ਹੈ, ਦਿਲੀ ਤਮੰਨਾ ਹੈਗੀ ਹੈ, ਉਹਨੂੰ ਪੂਰਾ ਕਰਦਾ। were they happy with the change। ਤੇ ਹੁਣ ਆਪਾਂ ਇਸ ਚੈਪਟਰ ਦੇ ਵਿੱਚ ਇਹ ਸਮਝਣਾ ਹੈ ਕਿ ਜਿਹੜਾ ਬਦਲਾਵ ਆਇਆ, ਜੋ ਇਨਸਾਨ ਜੋ ਚਾਹੁੰਦਾ ਸੀ ਉਹ ਹਾਸਿਲ ਕਰਕੇ, ਕੀ ਉਹ ਖੁਸ਼ ਸੀ ਕਿ ਨਹੀਂ। ਤਾਂ ਚਲੋ ਸ਼ੁਰੂ ਕਰਦੇ ਹਾਂ। ਸੁਬਲ ਚੰਦਰਾ's son was called ਸੁਸ਼ੀਲ ਚੰਦਰਾ। ਬੱਚੇ ਤੋਂ ਯਾਦ ਰੱਖਿਓ ਸੁਸ਼ੀਲ ਸੀ ਉਹ, ਤੇ ਸੁਬਲ ਚੰਦਰਾ ਦੇ ਜਿਹੜੇ ਮੁੰਡੇ ਸੀ ਉਹਨਾਂ ਦਾ ਨਾਂ ਸੀ ਸੁਸ਼ੀਲ ਚੰਦਰਾ। ਬਟ ਨੇਮ always does not reflect the person। ਪਰ ਇਹ ਵੀ ਗੱਲ ਸੱਚ ਹੈਗੀ ਹੈ ਵੀ ਜਿਹੜਾ ਨਾਮ ਹੈ ਉਹ ਹਮੇਸ਼ਾ ਉਸ ਵਿਅਕਤੀ ਨੂੰ ਨਹੀਂ ਦਰਸਾਉਂਦਾ। ਸੁਬਲ ਮੀਨ ਸਟਰੋਂਗ। ਸੁਬਲ ਦਾ ਮਤਲਬ ਹੁੰਦਾ ਹੈ ਸਟਰੋਂਗ, ਤਕੜਾ। ਬਟ ਹੀ ਵਾਜ਼ ਰਾਦਰ ਫਰੇਲ। ਫਰੇਲ ਦਾ ਮਤਲਬ ਉਹ ਵੀਕ ਸੀ ਜਾਂ ਉਹ ਹੈਲਦੀ ਨਹੀਂ ਸੀ, ਕਮਜ਼ੋਰ ਸੀ। ਠੀਕ ਹੈ। ਸੁਸ਼ੀਲ ਵਾਜ਼ ਨਾਟ ਸੋ ਵੈਲ ਬਿਹੇਵਡ ਦੋ ਹਿਜ਼ ਨੇਮ ਮੀਨਸ ਜਸਟ ਦੈਟ। ਤੇ ਜੇ ਪਿਓ ਦੀ ਗੱਲ ਕੀਤੀ ਜਾਏ, ਉਹਨਾਂ ਦੇ ਨਾਂ ਦਾ ਮਤਲਬ ਸੀ ਸਟਰੋਂਗ, ਪਰ ਉਹ ਕਮਜ਼ੋਰ ਸੀ। ਤੇ ਜੇ ਸੁਸ਼ੀਲ ਦੀ ਗੱਲ ਕੀਤੀ ਜਾਏ, ਉਹਨਾਂ ਦਾ ਜਿਹੜਾ ਵਿਵਹਾਰ ਸੀ ਉਹ ਵਧੀਆ ਨਹੀਂ ਸੀ, ਉਹ ਵੈਲ ਬਿਹੇਵ ਨਹੀਂ ਸੀ, ਜੋ ਕਿ ਉਹਨਾਂ ਦਾ ਨਾਂ ਦਰਸਾਉਂਦਾ ਸੀ। ਉਹ ਬਿਲਕੁਲ ਉਸ ਤੋਂ ਉਲਟ ਸੀ। ਅੱਗੇ ਚੱਲਦੇ ਹਾਂ। The boy was always annoying the neighbors with his pranks। ਤੇ ਜਿਹੜਾ ਮੁੰਡਾ ਸੀ ਸੁਸ਼ੀਲ, ਉਹ ਹਮੇਸ਼ਾ ਆਪਣੇ ਜਿਹੜੇ ਗੁਆਂਢੀ ਸੀ ਉਹਨਾਂ ਨੂੰ ਤੰਗ ਕਰਦਾ ਰਹਿੰਦਾ ਸੀ, ਕੋਈ ਨਾ ਕੋਈ ਮਜ਼ਾਕ ਕਰਕੇ। ਪ੍ਰੈਂਕ ਦਾ ਮਤਲਬ ਮਜ਼ਾਕ ਕਰਕੇ। ਸੋ ਹਿਸ ਫਾਦਰ ਵੁੱਡ ਆਫਨ ਰਨ ਆਫਟਰ ਹਿਮ ਟੂ ਪਨਿਸ਼ ਹਿਮ। ਤੇ ਇਸ ਕਰਕੇ ਉਸਦੇ ਜਿਹੜੇ ਪਿਤਾ ਸੀ ਉਹ ਹਮੇਸ਼ਾ ਉਸਦੇ ਪਿੱਛੇ ਪਿੱਛੇ ਦੌੜਦੇ ਰਹਿੰਦੇ ਸੀ, ਭੱਜਦੇ ਰਹਿੰਦੇ ਸੀ ਵੀ ਉਹਨੂੰ ਸਜ਼ਾ ਦਿੱਤੀ ਜਾਏ। ਬਟ ਦ ਫਾਦਰ ਵਾਜ਼ ਰੂਮੈਟਿਕ ਵਾਈਲ ਦ ਬॉय ਰੈਨ ਲਾਈਕ ਅ ਡੀਅਰ। ਪਰ ਜਿਹੜੇ ਪਿਤਾ ਜੀ ਸੀ ਉਹਨਾਂ ਨੂੰ ਪ੍ਰੋਬਲਮ ਸੀ ਹੱਡੀਆਂ ਦੀ, ਤੇ ਜੇ ਗੱਲ ਕੀਤੀ ਜਾਏ ਮੁੰਡੇ ਦੀ, ਉਹ ਹਿਰਨ ਵਾਂਗ ਦੌੜਦਾ ਸੀ। ਤੇ ਹੁਣ ਤੁਸੀਂ ਯਾਦ ਰੱਖਿਓ ਵੀ ਰੂਮੈਟਿਕ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਗਿੱਟਿਆਂ ਵਿੱਚ ਪ੍ਰੋਬਲਮ ਹੋਏ, ਗੋਡਿਆਂ ਦੀ ਪ੍ਰੋਬਲਮ ਹੋਏ, ਉਹਨੂੰ ਆਪਾਂ ਕਹਿੰਦੇ ਆ ਰੂਮੈਟਿਕ। ਸੋ ਦ ਬਲੋਜ਼ ਡਿਡ ਨਾਟ ਆਲਵੇਜ਼ ਹਿੱਟ ਦ ਮਾਰਕ। ਹਿੱਟ ਦਾ ਮਾਰਕ ਦਾ ਮਤਲਬ ਹੁੰਦਾ ਹੈ ਬਿਲਕੁਲ ਨਿਸ਼ਾਨੇ ਤੇ ਜਾ ਕੇ ਵੱਜਣਾ। ਤੇ ਜੋ ਵੀ ਉਹਦੇ ਪਿਤਾ ਜੀ ਉਹਨੂੰ ਮਾਰਦੇ ਸੀ, ਜੋ ਵੀ ਕਰਨ ਦੀ ਕੋਸ਼ਿਸ਼ ਕਰਦੇ ਸੀ, ਕਿਉਂਕਿ ਉਹ ਦੌੜ ਨਹੀਂ ਸਕਦੇ ਸੀ, ਇਸ ਲਈ ਜਿਹੜੀ ਚੀਜ਼ ਹੁੰਦੀ ਸੀ ਉਹ ਕਦੇ ਵੀ ਸਹੀ ਨਿਸ਼ਾਨੇ ਤੇ ਨਹੀਂ ਵੱਜ ਸਕਦੀ ਸੀ। It was Saturday when school closed early at 2 o'clock, but Sushil did not feel like going to school at all। ਤੇ ਇੱਕ ਦਿਨ ਦੀ ਗੱਲ ਹੈ, ਸ਼ਨੀਵਾਰ ਸੀ, ਜਦੋਂ ਸਕੂਲ 2 ਵਜੇ ਦੇ ਨੇੜੇ ਤੇੜੇ ਛੇਤੀ ਹੀ ਬੰਦ ਹੋ ਜਾਂਦਾ ਸੀ, ਪਰ ਸੁਸ਼ੀਲ ਨੂੰ ਉਸ ਦਿਨ ਸਕੂਲ ਜਾਣ ਦਾ ਬਿਲਕੁਲ ਵੀ ਮਨ ਨਹੀਂ ਸੀ। ਇਹ ਸਿਰਫ ਉਸ ਦਿਨ ਦੀ ਗੱਲ ਨਹੀਂ ਹੈ, ਉੱਦਾਂ ਵੀ ਉਹਦਾ ਸਕੂਲ ਜਾਣ ਦਾ ਮਨ ਨਹੀਂ ਹੁੰਦਾ ਸੀ। There were several reasons for this। ਤੇ ਸਕੂਲ ਨਾ ਜਾਣ ਦੇ ਕਈ ਕਾਰਨ ਸੀ। First, there was going to be a geography test। ਤੇ ਸਭ ਤੋਂ ਪਹਿਲਾ ਕਾਰਨ ਇਹ ਸੀ ਵੀ ਉੱਥੇ ਭੂਗੋਲ ਦੀ ਪ੍ਰੀਖਿਆ ਹੋਣੀ ਸੀ, ਟੈਸਟ ਹੋਣਾ ਸੀ। And second, there would be a fireworks show in the evening at the bosses।
ਤੇ ਦੂਜੀ ਗੱਲ ਇਹ ਵੀ ਬੌਸਿਸ ਵਿਖੇ ਇੱਕ ਥਾਂ ਹੈਗੀ ਹੈ ਜਿੱਥੇ ਸ਼ਾਮ ਨੂੰ ਫਾਇਰਵਰਕਸ ਯਾਨੀ ਕਿ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੋਣਾ ਸੀ, ਫॉर which they were going to prepare from the morning। ਤੇ ਉਸ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੀ ਤਿਆਰੀ ਉਹਨਾਂ ਨੇ ਸਵੇਰ ਤੋਂ ਹੀ ਕਰਨੀ ਸੀ। ਸੁਸ਼ੀਲ had planned to spend the whole day there। ਤੇ ਸੁਸ਼ੀਲ ਦਾ ਪਲਾਨ ਸੀ ਵੀ ਉਹ ਸਵੇਰ ਤੋਂ ਆਪਣਾ ਪੂਰਾ ਦਿਨ ਉੱਥੇ ਹੀ ਬਿਤਾਏਗਾ ਆਯੋਜਨ ਕਰਨ ਦੇ ਵਿੱਚ। So he went back to bed when it was time for school। ਤੇ ਇਸੇ ਕਰਕੇ ਜਦੋਂ ਸਕੂਲ ਦਾ ਸਮਾਂ ਹੋਇਆ ਤਾਂ ਉਹ ਵਾਪਸ ਬੈੱਡ 'ਚ ਚਲਾ ਗਿਆ, ਸੋ ਗਿਆ। His father came, ਉਸਦੇ ਪਿਤਾ ਜੀ ਆਏ and asked, ਤੇ ਉਹਨਾਂ ਨੇ ਪੁੱਛਿਆ what's wrong, ਕੀ ਹੋ ਗਿਆ, ਕੀ ਗੱਲ ਹੈ? Why are you in bed? ਤੁਸੀਂ ਅਜੇ ਵੀ ਬਿਸਤਰ ਦੇ ਵਿੱਚ ਪਏ ਹੋ, ਕੀ ਗੱਲ ਹੈ? Aren't you going to school? ਤੁਸੀਂ ਸਕੂਲ ਨਹੀਂ ਜਾ ਰਹੇ ਸੁਸ਼ੀਲ? I've got a tummy ache। ਤੇ ਉਹ ਕਹਿੰਦਾ ਵੀ ਮੇਰੇ ਪੇਟ ਵਿੱਚ ਦਰਦ ਹੈ। ਟਮੀ ਪੇਟ, ਏਕ ਦਾ ਮਤਲਬ ਦਰਦ। I can't go to school today, said ਸੁਸ਼ੀਲ। ਤੇ ਉਹ ਕਹਿੰਦਾ ਵੀ ਮੇਰੇ ਪੇਟ ਦੇ ਵਿੱਚ ਦਰਦ ਹੈਗਾ ਤੇ ਅੱਜ ਮੈਂ ਇਸ ਕਰਕੇ ਸਕੂਲ ਨਹੀਂ ਜਾ ਸਕਦਾ। ਸੁਬਲ could easily see that the boy was making it up। ਤੇ ਸੁਬਲ ਆਸਾਨੀ ਨਾਲ ਦੇਖ ਸਕਦਾ ਸੀ, ਸਮਝ ਸਕਦਾ ਸੀ ਕਿ ਮੁੰਡਾ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਕਹਾਣੀਆਂ ਪਾ ਰਿਹਾ। So he said to himself, wait, I must teach him a lesson। ਤੇ ਇਸ ਨੂੰ ਸਮਝਦੇ ਹੋਏ ਉਸਨੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਕਿਹਾ ਕਿ ਰੁਕੋ, ਹੁਣ ਇਸ ਨੂੰ ਸਬਕ ਸਿਖਾਉਣਾ ਪਏਗਾ। Aloud he said, ਉੱਚੀ ਦੇ ਨਹੀਂ ਬੋਲਿਆ, ਅੱਛਾ a tummy ache, is it? ਅੱਛਾ ਬੇਟਾ ਪੇਟ ਦਰਦ ਹੋ ਰਿਹਾ ਹੈ। ਓਹੋ, then you'd better stay at home all day। ਤੇ ਉਹ ਕਹਿੰਦਾ ਅੱਛਾ ਬੇਟਾ ਤੇਰਾ ਪੇਟ ਦਰਦ ਹੋ ਰਿਹਾ ਤਾਂ ਤੁਸੀਂ ਅੱਜ ਸਾਰਾ ਦਿਨ ਘਰੇ ਹੀ ਰਹੋ। Hari can go by himself to see the firework at the bosses। ਤੇ ਹਰੀ ਆਪਣੇ ਆਪ ਕੱਲਾ ਜਾ ਕੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਆਪ ਜਾ ਕੇ ਦੇਖ ਆਏਗਾ, ਤੁਸੀਂ ਘਰੇ ਹੀ ਰਹੇ ਹੋ ਅੱਜ। And don't have any of those toffees I got for you। ਤੇ ਨਾਲੇ ਦੂਜੀ ਗੱਲ ਉਹਨਾਂ ਵਿੱਚੋਂ ਕੋਈ ਵੀ ਟੌਫੀ ਨਾ ਖਾਇਓ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ ਸੀ। Just lie down quietly while I mix you some of that bitter medicine। ਤੇ ਬਸ ਤੁਸੀਂ ਚੁੱਪਚਾਪ ਲੇਟ ਪਏ ਰਹੋ ਜਾਂ ਲੇਟੇ ਰਹੋ ਬਿਸਤਰ ਦੇ ਵਿੱਚ ਤੇ ਮੈਂ ਤੁਹਾਡੇ ਲਈ ਉਹ ਕੌੜੀ ਜਿਹੀ ਜਿਹੜੀ ਦਵਾਈ ਹੁੰਦੀ ਹੈ ਉਹਨੂੰ ਘੋਲ ਕੇ ਲੈ ਕੇ ਆਇਆ ਤੇ ਦਵਾਂਗਾ ਤੁਹਾਨੂੰ। He locked the boy in and went off to prepare it। ਤੇ ਫੇਰ ਮੁੰਡੇ ਨੂੰ ਅੰਦਰ ਬੰਦ ਕਰਕੇ ਕਮਰੇ ਦੇ ਵਿੱਚ ਉਹ ਦਵਾਈ ਬਣਾਉਣ ਲਈ ਚਲੇ ਗਏ। ਸੁਸ਼ੀਲ was in a fix। ਤੇ ਇਹ ਦੇਖ ਕੇ ਸੁਸ਼ੀਲ ਜਿਹੜਾ ਹੈਗਾ ਉਹ ਤਾਂ ਮੁਸ਼ਕਲ ਦੇ ਵਿੱਚ ਫਸ ਗਿਆ। ਉਹਨੂੰ ਹੋਇਆ ਵੀ ਇਹ ਮੈਂ ਕੀ ਕਰਤਾ, ਮਤਲਬ ਮੈਂ ਤਾਂ ਗਲਤ ਸਿਚੁਏਸ਼ਨ ਦੇ ਵਿੱਚ ਫਸ ਗਿਆ। ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀ ਵੀ ਮੈਂ ਇੰਨੀ ਬੁਰੀ ਤਰੀਕੇ ਦੇ ਨਾਲ ਫਸ ਜਾਵਾਂਗਾ। ਤੇ ਹੁਣ ਤੁਸੀਂ ਯਾਦ ਰੱਖਿਓ ਵੀ ਇਨ ਅ ਫਿਕਸ ਦਾ ਮਤਲਬ ਕੀ ਹੁੰਦਾ। ਤੇ ਇਨ ਅ ਫਿਕਸ ਦਾ ਮਤਲਬ ਮੁਸ਼ਕਲ ਸਿਚੁਏਸ਼ਨ ਦੇ ਵਿੱਚ ਫਸ ਜਾਣਾ, ਮੁਸ਼ਕਿਲ ਵਿੱਚ ਫਸ ਜਾਣਾ। He loved toffees just as much as he hated the bitter medicine। ਤੇ ਗੱਲ ਇਹ ਸੀ ਵੀ ਉਸਨੂੰ ਟੌਫੀਆਂ ਇੰਨੀਆਂ ਜ਼ਿਆਦਾ ਪਸੰਦ ਸੀ ਜਿੰਨੀ ਜ਼ਿਆਦਾ ਉਹਨੂੰ ਨਫ਼ਰਤ ਸੀ ਉਸ ਕੌੜੀ ਦਵਾਈ ਤੋਂ। And he also wanted to go to the boss's house। ਤੇ ਨਾਲ ਦੀ ਨਾਲ ਉਸਨੂੰ ਇਹ ਵੀ ਸੀ ਵੀ ਮੈਂ ਬੌਸਿਸ ਦੇ ਘਰੇ ਜਾਣਾ ਹੈਗਾ। ਕਿਉਂ ਜਾਣਾ ਹੈਗਾ? ਕਿਉਂਕਿ ਉੱਥੇ ਪ੍ਰਦਰਸ਼ਨ ਹੋਣਾ ਹੈ ਨਾ, ਉੱਥੇ ਪਟਾਕੇ ਚੱਲਨੇ ਨੇ, ਫਾਇਰਵਰਕਸ, ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੈਗਾ। When Subal Babu returned with the huge bowl of medicine। ਤੇ ਜਦੋਂ ਸੁਬਲ ਜਿਹੜੇ ਉਹਦੇ ਪਿਤਾ ਜੀ ਸੀ ਉਹ ਦਵਾਈ ਦਾ ਇੱਕ ਵੱਡਾ ਕਟੋਰਾ ਲੈ ਕੇ ਵਾਪਸ ਆਏ। ਸੁਸ਼ੀਲ got up from the bed and said। ਉਹਨੇ ਨੂੰ ਸੁਸ਼ੀਲ ਆਪਣੇ ਬਿਸਤਰੇ ਤੋਂ ਉੱਠ ਗਿਆ ਤੇ ਕਹਿੰਦਾ my tummy stopped aching। ਮੇਰਾ ਜਿਹੜਾ ਪੇਟ ਦਰਦ ਹੈ ਉਹ ਠੀਕ ਹੋ ਗਿਆ, ਹੁਣ ਦਰਦ ਨਹੀਂ ਹੋ ਰਿਹਾ। I think I'll go to school। ਤੇ ਮੈਨੂੰ ਲੱਗਦਾ ਵੀ ਹੁਣ ਮੈਂ ਸਕੂਲ ਜਾ ਸਕਦਾ। No, no, said his father। ਤੇ ਉਸਦੇ ਪਿਤਾ ਜੀ ਕਹਿੰਦੇ ਨਹੀਂ ਨਹੀਂ ਬੇਟਾ, just drink this up and rest। ਤੁਸੀਂ ਇਹ ਦਵਾਈ ਪੀਓ ਤੇ ਆਰਾਮ ਕਰੋ। He forced the boy to swallow the medicine, locked the door again and left। ਤੇ ਉਸਨੇ ਮੁੰਡੇ ਨੂੰ ਦਵਾਈ ਨਿਗਲਣ ਲਈ, ਸਵੈਲੋ ਕਰਨਾ ਮਤਲਬ ਨਿਗਲਣਾ, ਅੰਦਰ ਲੈਣਾ, ਉਸ ਲਈ ਮਜਬੂਰ ਕੀਤਾ, ਦਰਵਾਜ਼ਾ ਦੁਬਾਰਾ ਤੋਂ ਬੰਦ ਕੀਤਾ ਅਤੇ ਚਲੇ ਗਏ। ਸੁਸ਼ੀਲ cried the whole day and thought। ਸੁਸ਼ੀਲ ਸਾਰਾ ਦਿਨ ਰੋਂਦਾ ਰਿਹਾ ਤੇ ਸੋਚਦਾ
If only I were as old as my father, I could do just as I pleased. No one could lock me up. ਤੇ ਉਹ ਕਹਿੰਦਾ ਹੈ ਕਿ ਕਾਸ਼ ਮੈਂ ਆਪਣੇ ਪਿਤਾ ਜਿੰਨਾ ਵੱਡਾ ਹੁੰਦਾ, ਬਜ਼ੁਰਗ ਹੁੰਦਾ ਤੇ ਜਿਵੇਂ ਮੈਂ ਚਾਹੁੰਦਾ ਮੈਂ ਕਰ ਸਕਦਾ ਤੇ ਕੋਈ ਵੀ ਮੈਨੂੰ ਬੰਦ ਨਹੀਂ ਕਰ ਸਕਦਾ ਸੀ ਕਮਰੇ ਦੇ ਵਿੱਚ। ਇਹ ਤਾਂ ਮੈਂ ਬੱਚਾ ਹੈਗਾ, ਇਸੇ ਕਰਕੇ ਸਭ ਮੇਰੇ ਤੇ ਜ਼ੋਰ ਚਲਾਉਂਦੇ ਨੇ, ਤੇ ਜੇ ਮੈਂ ਆਪਣੇ ਪਿਤਾ ਜੀ ਦੀ ਉਮਰ ਦਾ ਹੁੰਦਾ ਤਾਂ ਜਿਵੇਂ ਮੈਂ ਪਲੀਜ਼ਡ ਕਰਦਾ, ਜਿਵੇਂ ਮੇਰਾ ਮਨ ਹੁੰਦਾ, ਮੈਂ ਉਹੀ ਕਰਦਾ। His father sat outside thinking, ਤੇ ਉਸਦੇ ਜਿਹੜੇ ਪਿਤਾ ਸੀ ਉਹ ਬਾਹਰ ਬੈਠੇ ਹੋਏ ਸੀ ਤੇ ਉਹ ਸੋਚ ਰਹੇ ਸੀ, My parents pampered me too much, that's why I didn't get proper education। ਤੇ ਉਹ ਸੋਚਦਾ ਹੈ ਵੀ ਮੇਰੇ ਜਿਹੜੇ ਘਰ ਦੇ ਨੇ, ਮਤਲਬ ਸੁਸ਼ੀਲ ਦੇ ਪਿਤਾ ਜੀ ਸੋਚਦੇ ਨੇ ਕਿ ਉਹਨਾਂ ਦੇ ਜਿਹੜੇ ਅੱਗੇ ਘਰ ਦੇ ਸੀ ਉਹਨਾਂ ਨੇ ਉਹਨੂੰ ਬਹੁਤ ਪੈਂਪਰ ਕੀਤਾ ਸੀ, ਯਾਨੀ ਬਹੁਤ ਲਾਡ ਪਿਆਰ ਕੀਤਾ ਸੀ, ਇਸ ਕਰਕੇ ਉਹ ਪੜ੍ਹਾਈ ਵਧੀਆ ਤਰੀਕੇ ਨਾਲ ਨਹੀਂ ਕਰ ਪਾਏ ਸੀ। ਇਫ ਆਈ ਗੈਟ ਬੈਕ ਮਾਈ ਚਾਈਲਡਹੁੱਡ, ਤੇ ਉਹ ਸੋਚਦੇ ਨੇ ਵੀ ਕਾਸ਼ ਮੈਨੂੰ ਮੇਰਾ ਬਚਪਨ ਵਾਪਸ ਮਿਲ ਜੇ। ਦਿਸ ਟਾਈਮ ਆਈਡ ਸਟੱਡੀ ਪ੍ਰੋਪਰਲੀ ਐਂਡ ਨੋਟ ਵੇਸਟ ਟਾਈਮ, ਤੇ ਜੇਕਰ ਮੈਨੂੰ ਮੇਰਾ ਬਚਪਨ ਵਾਪਸ ਮਿਲ ਗਿਆ ਇੱਕ ਵਾਰ ਤਾਂ ਫਿਰ ਮੈਂ ਟਾਈਮ ਵੇਸਟ ਨਹੀਂ ਕਰਾਂਗਾ, ਬਰਬਾਦ ਨਹੀਂ ਕਰਾਂਗਾ ਸਮਾਂ, ਤੇ ਚੰਗੀ ਤਰ੍ਹਾਂ ਪੜਾਂਗਾ। ਤੇ ਪਿਤਾ ਜੀ ਚਾਹੁੰਦੇ ਸੀ ਬਚਪਨ ਹਾਸਲ ਕਰਨਾ ਤੇ ਮੁੰਡਾ ਚਾਹੁੰਦਾ ਸੀ ਵੀ ਮੈਂ ਆਪਣੇ ਪਿਤਾ ਦੀ ਉਮਰ ਦਾ ਹੋ ਜਾ। ਨਾਓ ਦ ਲੇਡੀ ਆਫ ਵਿਸ਼ੇਸ ਹੈਪਨ ਟੂ ਪਾਸ ਦੈਟ ਹਾਊਸ, ਤੇ ਇਸੇ ਟਾਈਮ ਜਿਹੜੇ ਆਪਾਂ ਕਹਿ ਸਕਦੇ ਹਾਂ ਵਿਸ਼ੇਸ, ਜਿਹੜੀ ਸਾਡੀ ਇੱਛਾਵਾਂ ਹੁੰਦੀਆਂ ਨੇ ਉਹ ਪੂਰੀ ਕਰਨ ਵਾਲੀ ਜਿਹੜੀ ਲੇਡੀ ਸੀ, ਇੱਕ ਐਂਜਲ ਆਪਾਂ ਕਹਿ ਸਕਦੇ ਹਾਂ, ਉਹ ਉਸ ਘਰ ਦੇ ਨੇੜੇ ਦੀ ਲੰਘ ਰਹੀ ਸੀ। ਐਂਡ ਹਰਡ ਵਾਟ ਦ ਫਾਦਰ ਐਂਡ ਦ ਸਨ ਸੈਡ, ਤੇ ਉਸਨੇ ਗੱਲ ਸੁਣ ਲਈ ਸੀ ਕਿ ਪਿਤਾ ਜੀ ਕੀ ਚਾਹੁੰਦੇ ਨੇ ਤੇ ਪੁੱਤਰ ਕੀ ਚਾਹੁੰਦਾ। ਵੈਲ ਲੈਟ ਮੀ ਮੇਕ ਦੇਅਰ ਵਿਸ਼ੇਸ ਕਮ ਟਰੂ ਫॉर ਸਮ ਟਾਈਮ ਐਂਡ ਸੀ ਵਾਟ ਹੈਪਨਸ, ਤੇ ਉਸਨੇ ਸੋਚਿਆ ਵੀ ਠੀਕ ਹੈ, ਮੈਨੂੰ ਕੁਝ ਸਮੇਂ ਦੇ ਲਈ ਇਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਿਓ ਤੇ ਦੇਖਦੇ ਆ ਫਿਰ ਕੀ ਹੁੰਦਾ। So she appeared before the father and told him, ਤੇ ਇਸ ਲਈ ਉਹ ਪਿਤਾ ਦੇ ਸਾਹਮਣੇ ਜਾਂ ਉਹਨਾਂ ਅੱਗੇ ਪੇਸ਼ ਹੋਈ ਤੇ ਉਹਨਾਂ ਨੂੰ ਕਹਿੰਦੀ, You will have what you want, ਕਿ ਤੁਹਾਨੂੰ ਉਹ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ। Tomorrow you will be your son's age, ਵੀ ਕੱਲ ਨੂੰ ਤੁਹਾਡੀ ਉਮਰ ਆਪਣੇ ਪੁੱਤਰ ਦੀ ਉਮਰ ਹੋ ਜਾਏਗੀ, ਤੁਸੀਂ ਇੰਨੇ ਵੱਡੇ ਨਹੀਂ ਰਹੋਗੇ, ਤੁਸੀਂ ਆਪਣੀ ਪੁੱਤਰ ਦੇ ਉਮਰ ਦੇ ਹੋ ਜਾਓਗੇ। To the son she said, ਤੇ ਫਿਰ ਉਹ ਗਈ ਪੁੱਤਰ ਕੋਲ ਤੇ ਉੱਥੇ ਜਾ ਕੇ ਕਹਿੰਦੀ, You will be as old as your father tomorrow, ਵੀ ਤੁਸੀਂ ਆਪਣੀ ਉਮਰ ਦੇ ਨਹੀਂ ਰਹੋਗੇ ਕੱਲ ਸਵੇਰ ਤੋਂ, ਤੁਸੀਂ ਆਪਣੇ ਪਿਤਾ ਜੀ ਦੀ ਉਮਰ ਦੇ ਹੋ ਜਾਓਗੇ। Both of them were happy to hear this, ਤੇ ਦੋਨੋਂ ਪੁੱਤ ਤੇ ਪਿਓ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਗਏ। Old ਸੁਬਲ ਚੰਦਰਾ did not sleep well at night, ਤੇ ਜਿਹੜੇ ਬਜ਼ੁਰਗ ਸੁਬਲ ਚੰਦਰਾ ਸੀ, ਜਿਹੜੇ ਪਿਤਾ ਜੀ ਸੀ, ਉਹ ਉਸ ਰਾਤ ਉਹਨਾਂ ਨੂੰ ਚੰਗੀ ਨੀਂਦ ਨਹੀਂ ਆਈ, ਉਹ ਸੋ ਨਹੀਂ ਪਾਏ। He fell asleep only towards the morning, ਤੇ ਉਹ ਸਵੇਰੇ ਸਵੇਰੇ ਹੀ ਸੋਏ ਸੀ, ਆਪਾਂ ਕਹਿ ਸਕਦੇ ਹਾਂ 3-4 ਵਜੇ ਉਹਨਾਂ ਨੂੰ ਨੀਂਦ ਆਈ ਸੀ। But today a strange thing happened, ਤੇ ਉਸ ਸਵੇਰ ਇੱਕ ਅਜੀਬ ਜਿਹੀ ਗੱਲ ਹੋਈ। He leapt out of the bed at the crack of the dawn, ਹੁਣ ਇੱਥੇ ਕੀ ਹੋਇਆ ਕਿ ਜਦੋਂ ਸਵੇਰ ਹੋਈ ਤਾਂ ਉਦੋਂ ਹੀ ਉਹਨਾਂ ਨੇ ਆਪਣੇ ਬੈੱਡ ਯਾਨੀ ਆਪਣੇ ਬਿਸਤਰੇ ਤੋਂ ਛਲਾਂਗ ਮਾਰੀ, ਇੱਕਦਮ ਤੋਂ ਬਾਹਰ ਜੰਪ ਮਾਰੀ। ਇੱਥੇ ਦੱਸਿਆ ਗਿਆ ਹੈ ਕ੍ਰੈਕ ਆਫ ਦ ਡੌਨ, ਇਹਦਾ ਮਤਲਬ ਹੁੰਦਾ ਹੈ ਸਵੇਰੇ ਸਵੇਰੇ, ਬਹੁਤ ਜਲਦੀ ਜਿਹੜੀ ਸਵੇਰ ਹੁੰਦੀ ਹੈ ਉਦੋਂ ਹੀ ਉਹਨਾਂ ਨੇ ਛਲਾਂਗ ਮਾਰਤੀ ਆਪਣੇ ਬੈੱਡ ਤੋਂ। He discovered that he had become very small, ਤੇ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਬਹੁਤ ਛੋਟੇ ਹੋ ਗਏ ਨੇ। He had got back all his teeth, ਉਹਨਾਂ ਦੇ ਦੰਦ ਵਾਪਸ ਆ ਗਏ। And lost his beard and mustaches, ਹੁਣ ਮੁਸਟੈਸ਼ ਕੀ ਹੁੰਦਾ, ਉਹ ਜਿਹੜੇ ਨੱਕ ਦੇ ਥੱਲੇ ਬਾਲ ਨਹੀਂ ਹੁੰਦੇ ਇੱਦਾਂ ਕਰਕੇ ਫਿਰ ਤੁਹਾਡੇ ਲਿਪਸ ਆ ਜਾਂਦੇ ਨੇ, ਤੇ ਇਹਨਾਂ ਨੂੰ ਮੁਸਟੈਸ਼ਿਸ ਕਹੀਦਾ, ਮੁੱਛਾਂ ਨੂੰ। ਤੇ ਉਹਨਾਂ ਨੇ ਦੇਖਿਆ ਵੀ ਉਹਨਾਂ ਦੀ ਦਾੜੀ ਤੇ ਜਿਹੜੀ ਮੁੱਛਾਂ ਹੈਗੀਆਂ ਉਹ ਚਲੀ ਗਈਆਂ ਨੇ, ਕਿਉਂਕਿ ਉਹ ਆਪਣੀ ਪੁੱਤ ਦੇ ਉਮਰ ਦੇ ਹੋ ਗਏ ਸੀ। His clothes were now much too big for him, ਤੇ ਉਹਨਾਂ ਦੇ ਜਿਹੜੇ ਕੱਪੜੇ ਸੀ ਹੁਣ ਉਹ ਉਹਨਾਂ ਲਈ ਕਾਫੀ ਵੱਡੇ ਸੀ, ਕਿਉਂਕਿ ਉਹਨਾਂ ਦਾ ਸਾਈਜ਼ ਛੋਟਾ ਹੋ ਗਿਆ ਸੀ। Meanwhile our Sunil Chandra just could not get up today, ਤੇ ਦੂਜੇ ਪਾਸੇ ਜੇ ਆਪਾਂ ਮੁੰਡੇ ਦੀ ਗੱਲ ਕਰੀਏ ਜਿਹਦਾ ਨਾਂ ਸੀ ਸੁਸ਼ੀਲ ਚੰਦਰਾ,
ਉਹ ਉੱਠ ਵੀ ਨਹੀਂ ਪਾ ਰਹੇ ਸੀ ਬੈੱਡ ਤੋਂ। when at last he was woken up by his father's shouts, ਤੇ ਜਦੋਂ ਉਹ ਫਿਰ ਉੱਠੇ ਤੇ ਉਹਨਾਂ ਨੇ ਦੇਖਿਆ ਕਿ ਉਹ ਫਾਦਰ ਦੀ ਜਿਹੜੀ ਆਵਾਜ਼ ਸੀ ਉਹਦੇ ਤੋਂ ਉੱਠੇ ਥੋੜ੍ਹੇ, ਤੇ ਉਹਨਾਂ ਨੇ ਦੇਖਿਆ he found that he had grown so much overnight that his clothes had burst their seams। ਇਹ ਹੁੰਦੀ ਹੈ ਜਿਵੇਂ ਆਪਾਂ ਕੱਪੜਿਆਂ ਦੇ ਵਿੱਚ ਸਿਲਾਈ ਨਹੀਂ ਕਰਦੇ, ਪੈਂਟ ਦੇ ਵਿੱਚ ਸਾਈਡ 'ਤੇ ਵੀ ਕੱਪੜਾ ਜੁੜ ਜਾਏ, ਤੇ ਉਹਨਾਂ ਨੇ ਦੇਖਿਆ ਵੀ ਰਾਤੋਂ ਰਾਤ ਉਹਨਾਂ ਦੇ ਜਿਹੜੇ ਕੱਪੜੇ ਨੇ ਉਹ ਇੰਨੇ ਮਤਲਬ ਉਹਨਾਂ ਦੇ ਛੋਟੇ ਕੱਪੜੇ ਵੱਡੇ ਹੋ ਗਏ ਨੇ ਕਿ ਉਹ ਫਟ ਗਏ ਨੇ। ਤੇ ਯਾਦ ਰੱਖਿਓ ਹੁਣ ਸੀਮਸ ਕੀ ਹੁੰਦਾ ਹੈ, ਜਿਹੜਾ ਜੁਆਇੰਟ ਹੁੰਦਾ ਜਿੱਥੇ ਕੱਪੜੇ ਜੋੜੇ ਜਾਂਦੇ ਨੇ, ਸਿਲਾਈ ਕੀਤੀ ਜਾਂਦੀ ਹੈ, ਤੇ ਰਾਤੋਂ ਰਾਤ ਉਹਨਾਂ ਦੇ ਜਿਹੜੇ ਕੱਪੜੇ ਸੀ ਉਹ ਉਸ ਜੁਆਇੰਟ ਤੋਂ ਫਟ ਗਏ ਸੀ, ਉਧੜ ਗਏ ਸੀ ਆਪਾਂ ਕਹਿ ਸਕਦੇ ਹਾਂ। His face was covered with grey stubble, ਉਹਨਾਂ ਦੇ ਚਿਹਰੇ ਤੇ ਛੋਟੀ ਛੋਟੀ ਦਾੜੀ ਆ ਗਈ ਸੀ ਜਿਹੜੀ ਗ੍ਰੇ ਕਲਰ ਦੀ ਸੀ। and he had also become bald, ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਬਾਲ ਸੀ ਉਹ ਵੀ ਉੱਡ ਗਏ ਸੀ, ਸਿਰ ਤੋਂ ਗੰਜੇ ਹੋ ਗਏ ਸੀ। he did not feel like getting up at all, ਤੇ ਉਹਨਾਂ ਦਾ ਉੱਠਣ ਦਾ ਬਿਲਕੁਲ ਵੀ ਮਨ ਨਹੀਂ ਹੋ ਰਿਹਾ ਸੀ। he yawned again and again, ਤੇ ਉਹ ਵਾਰ-ਵਾਰ ਵਾਸੀ ਕਰ ਰਹੇ ਸੀ ਜਾਂ ਵਾਸੀ ਮਾਰ ਰਹੇ ਸੀ। the noise by his father finally made him get up, ਤੇ ਪਿਤਾ ਜੀ ਜੋ ਹੁਣ ਛੋਟੇ ਹੋ ਗਏ ਸੀ ਉਹਨਾਂ ਦੀ ਆਵਾਜ਼ ਕਰਕੇ ਬਾਰ-ਬਾਰ ਜੋ ਵੀ ਉਹ ਆਵਾਜ਼ਾਂ ਕਰ ਰਹੇ ਸੀ ਬਾਹਰ, ਉਹਦੇ ਕਰਕੇ ਸੁਸ਼ੀਲ ਚੰਦਰਾ ਨੂੰ ਉੱਠਣਾ ਪਿਆ, ਜੋ ਕਿ ਹੁਣ ਆਪਣੇ ਪਿਤਾ ਜੀ ਦੀ ਉਮਰ ਦੇ ਹੋ ਗਏ ਸੀ। their wishes had come true, but it only made trouble for them, ਉਹਨਾਂ ਦੀਆਂ ਇੱਛਾਵਾਂ ਪੂਰੀ ਹੋ ਗਈ ਸੀ ਪਰ ਉਹ ਸਿਰਫ ਉਹਨਾਂ ਲਈ ਮੁਸ਼ਕਲਾਂ ਲੈ ਕੇ ਆਈ ਸੀ। Sushil had always imagined that if he grew up and be free like his father, he would climb trees, dive into the pool, eat green mangoes, plunder birds' nests and roam around all day long। ਹੁਣ ਸੁਸ਼ੀਲ ਨੇ ਹਮੇਸ਼ਾ ਇਹ ਸੋਚਿਆ ਸੀ ਕਿ ਜੇ ਉਹ ਵੱਡਾ ਹੋ ਜਾਂਦਾ ਹੈ ਤੇ ਆਪਣੇ ਪਿਤਾ ਵਾਂਗ ਆਜ਼ਾਦ ਮਹਿਸੂਸ ਕਰੇਗਾ, ਉਹ ਜੇ ਪਿਤਾ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਹ ਦਰਖਤਾਂ 'ਤੇ ਚੜ੍ਹੇਗਾ, ਤਲਾਬ ਵਿੱਚ ਡੁਬਕੀ ਲਾਵੇਗਾ, ਇਸ ਤੋਂ ਇਲਾਵਾ ਉਹ ਹਰੇ ਅੰਬ ਖਾਵੇਗਾ, ਪੰਛੀਆਂ ਦੇ ਆਲਣੇ ਉਹ ਮਤਲਬ ਉਹਨਾਂ ਨੂੰ ਛੇੜਖਾਨੀ ਕਰੇਗਾ ਤੇ ਇੱਧਰ ਉੱਧਰ ਸਾਰਾ ਦਿਨ ਘੁੰਮਦਾ ਰਹੇਗਾ। he would come home and eat whatever he liked, ਉਸ ਤੋਂ ਬਾਅਦ ਘੁੰਮ ਕੇ ਉਹ ਘਰ ਆਏਗਾ ਤੇ ਆਪਣੀ ਮਨਮਰਜ਼ੀ ਦਾ ਖਾਣਾ ਖਾਏਗਾ। whenever he liked, ਜਦੋਂ ਵੀ ਉਸਦਾ ਚਿੱਤ ਕਰੇ ਉਦੋਂ ਖਾਏਗਾ। with no one to scold him, ਤੇ ਉਸਨੂੰ ਝਿੜਕਣ ਵਾਲਾ ਵੀ ਕੋਈ ਨਹੀਂ ਹੋਏਗਾ ਕਿਉਂਕਿ ਉਹ ਆਪਣੀ ਮਨਮਰਜ਼ੀ ਕਰੇਗਾ। but strange to say, ਪਰ ਇਹ ਅਜੀਬ ਗੱਲ ਹੈ, ਕਹਿਣ ਵੇਲੇ ਬੜੀ ਅਜੀਬ ਲੱਗ ਰਹੀ ਹੈ, that morning he did not want to climb a tree, ਪਰ ਉਸ ਸਵੇਰ ਉਹਦਾ ਚਿੱਤ ਹੀ ਨਹੀਂ ਸੀ ਦਰਖਤ ਦੇ ਉੱਤੇ ਚੜ੍ਹਨ ਦਾ, ਉਹ ਚਾਹੁੰਦਾ ਹੀ ਨਹੀਂ ਸੀ ਕਿ ਉਹ ਚੜ੍ਹੇ ਦਰਖਤ 'ਤੇ। he did not want to swim either, ਤੇ ਉਹਦਾ ਤੈਰਨ ਜਾਣ ਨੂੰ ਵੀ ਚਿੱਤ ਨਹੀਂ ਸੀ ਵੀ ਉਹ ਜਾ ਕੇ ਤੈਰੇ। he thought he would catch cold and have fever, ਉਹਨੂੰ ਲੱਗਿਆ ਵੀ ਜੇ ਮੈਂ ਤੈਰਨ ਗਿਆ, ਸਵਿਮਿੰਗ ਕਰਨ ਗਿਆ ਤਾਂ ਮੈਨੂੰ ਠੰਡ ਲੱਗ ਜੂਗੀ ਤੇ ਫਿਰ ਬੁਖਾਰ ਹੋ ਜੂਗਾ। he rolled out a mat and sat there thinking quietly to himself, ਤੇ ਉਸਨੇ ਇੱਕ ਚਟਾਈ ਜਿਹੜੀ ਹੈਗੀ ਹੈ ਉਹ ਵਿਛਾ ਦਿੱਤੀ ਤੇ ਉੱਥੇ ਚੁੱਪਚਾਪ ਬੈਠ ਗਿਆ, ਆਪਣੇ ਬਾਰੇ ਸੋਚਣ ਲੱਗ ਗਿਆ, ਗੱਲਾਂ ਬਾਰੇ ਸੋਚਣ ਲੱਗ ਗਿਆ। once he thought he should not give up all games so suddenly, so he should at least try, ਤੇ ਇੱਕ ਵਾਰ ਜਦੋਂ ਬੈਠ ਕੇ ਸੋਚਣ ਲੱਗ ਗਿਆ ਉਸਨੂੰ ਲੱਗਿਆ ਵੀ ਅਚਾਨਕ ਇੰਨੀਆਂ ਸਾਰੀਆਂ ਖੇਡਾਂ ਨੂੰ ਮੈਨੂੰ ਇੱਦਾਂ ਨਹੀਂ ਛੱਡ ਦੇਣਾ ਚਾਹੀਦਾ ਵੀ ਇਹ ਨਹੀਂ ਹੋਏਗਾ, ਇਹ ਨਹੀਂ ਹੋਏਗਾ, ਮੈਨੂੰ ਇੱਕ ਵਾਰ ਘੱਟੋ ਘੱਟ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕੁਝ ਕਰਨ ਦੀ ਜੋ ਮੈਂ ਹਮੇਸ਼ਾ ਕਰਨਾ ਚਾਹੁੰਦਾ ਸੀ, ਵੀ ਪੂਲ ਦੇ ਵਿੱਚ ਜਾ ਕੇ ਡੁਬਕੀ ਮਾਰਨੀ, ਦਰਖਤਾਂ 'ਤੇ ਚੜ੍ਹਨਾ, ਖੱਟੇ ਅੰਬ ਖਾਣਾ, ਪਕਸ਼ੀਆਂ ਨੂੰ ਉਡਾਉਣਾ, ਆਲਣੇ ਵਿੱਚੋਂ ਇੱਧਰ ਉੱਧਰ ਘੁੰਮਣਾ, ਕੁਝ ਤਾਂ ਟਰਾਈ ਕਰਾਂ। ਸੋ ਹੀ ਗੋਟ ਅਪ and tried to climb an amra tree nearby, ਤੇ ਫਿਰ ਉਸਨੇ ਹਿੰਮਤ ਕੀਤੀ ਤੇ ਉੱਠਿਆ ਤੇ ਨੇੜੇ ਹੀ ਇੱਕ ਆਮਰਾ ਯਾਨੀ ਕਿ ਅਮਰੂਦ ਦਾ ਜਿਹੜਾ ਦਰਖਤ ਸੀ ਉਹਦੇ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਆਮਰਾ ਬਿਲਕੁਲ ਅਮਰੂਦ ਵਰਗਾ ਦਿਖਦਾ ਹੈ ਬਟ ਐਗਜ਼ੈਕਟਲੀ ਅਮਰੂਦ ਹੁੰਦਾ ਨਹੀਂ ਹੈ। as soon as he tried to pull himself up,
ਬਾਏ ਅ ਥਿਨ ਬ੍ਰਾਂਚ। ਤੇ ਜਦੋਂ ਉਹ ਦਰਖਤ ਤੇ ਚੜ ਰਿਹਾ ਸੀ ਤੇ ਉਹਨੇ ਜਦੋਂ ਹੀ ਆਪਣੇ ਆਪ ਨੂੰ ਉੱਤੇ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਬ੍ਰਾਂਚ ਸੀ, ਜਿਹੜੀ ਟਹਿਣੀ ਸੀ, ਉਹ ਬਹੁਤ ਸੁੱਕੀ ਜੀ, ਪਤਲੀ ਜੀ ਸੀ। ਇਟ ਬ੍ਰੋਕ ਅੰਡਰ ਹਿਸ ਵੇਟ ਐਂਡ ਹੀ ਫੈਲ ਟੂ ਦ ਗਰਾਊਂਡ। ਉਹ ਜਿਹੜੀ ਟਹਿਣੀ ਸੀ, ਉਹਨੂੰ ਲੱਗਿਆ ਉਹ ਬੱਚਾ ਹੈ, ਪਰ ਉਹ ਤਾਂ ਹੁਣ ਵੱਡਾ ਹੋ ਗਿਆ ਸੀ। ਉਹ ਜਿਹੜੀ ਟਹਿਣੀ ਸੀ ਉਹਦਾ ਵਜ਼ਨ ਨਹੀਂ ਚੱਕ ਪਾਈ ਤੇ ਉਹ ਸਿੱਧਾ ਗਰਾਊਂਡ ਤੇ ਜਾ ਕੇ ਗਿਰ ਗਿਆ। Passers by laughed loudly to see the old man playing childish pranks। ਤੇ ਜਦੋਂ ਥੱਲੇ ਗਿਰਿਆ ਤੇ ਬੁੱਢੇ ਨੂੰ, ਬਜ਼ੁਰਗ ਨੂੰ ਇਹ ਬਚਕਾਨਾ ਮਜ਼ਾਕ ਕਰਦੇ ਹੋਏ ਦੇਖ ਕੇ ਜਿਹੜੇ ਰਾਹ ਤੋਂ ਜਾਂਦੇ ਲੋਕ ਸੀ ਉਹ ਉੱਚੀ ਉੱਚੀ ਹੱਸਣ ਲੱਗ ਗਏ। With lowered head he came back to his mat on the porch, called the servant। ਤੇ ਫਿਰ ਉਹ ਸਿਰ ਨੀਵਾਂ ਜਿਹਾ ਕਰਕੇ ਅੰਦਰ ਵਾਪਸ ਆ ਗਿਆ ਘਰ ਵੱਲ ਨੂੰ, ਆਪਣੇ ਚਟਾਈ ਤੇ ਬੈਠ ਗਿਆ ਤੇ ਉਹਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ, ਬॉय bring me a rupees worth of toffees from the market। ਤੇ ਉਹਨੇ ਕਿਹਾ ਵੀ ਬੇਟਾ ਬਾਜ਼ਾਰ ਤੋਂ ਜਾ ਕੇ 1 ਰੁਪਏ ਦੀ ਜਿੰਨੀਆਂ ਵੀ ਟੌਫੀਆਂ ਆਂਦੀਆਂ ਨੇ ਉਹ ਤੁਸੀਂ ਲੈ ਕੇ ਆਓ, ਕਿਉਂਕਿ ਜਦੋਂ ਛੋਟਾ ਬੱਚਾ ਸੀ ਉਹ ਚਾਹੁੰਦਾ ਸੀ ਵੀ ਉਹ ਟੌਫੀਆਂ ਖਾਏ। ਹੁਣ ਇਹ ਪੋਰਚ ਕੀ ਹੁੰਦਾ? ਪੋਰਚ ਹੁੰਦਾ ਜਿਵੇਂ ਆਪਾਂ ਟੀਨਾ ਨਹੀਂ ਪਾ ਦਿੰਦੇ ਛੱਤ ਤੇ, ਐਂਟਰੈਂਸ ਤੇ, ਜਿੱਥੇ ਗੱਡੀਆਂ ਖੜੀਆਂ ਹੁੰਦੀਆਂ ਨੇ, ਉਹਨੂੰ ਆਪਾਂ ਪੋਰਚ ਕਹਿੰਦੇ ਹਾਂ। ਅੱਗੇ, ਸੁਸ਼ੀਲ ਹੈਡ ਆਲਵੇਜ਼ ਬੀਨ ਫੌਂਡ ਆਫ ਟੌਫੀਜ਼। ਸੁਸ਼ੀਲ ਨੂੰ ਹਮੇਸ਼ਾ ਤੋਂ ਹੀ ਟੌਫੀਆਂ ਦਾ ਬਹੁਤ ਸ਼ੌਕ ਸੀ। ਐਵਰੀ ਡੇ ਐਟ ਦ ਸ਼ਾਪ ਨੀਅਰ ਦ ਸਕੂਲ he saw sweets of many colors। ਤੇ ਹਰ ਰੋਜ਼ ਜਿਹੜਾ ਸਕੂਲ ਦੇ ਨੇੜੇ ਦੁਕਾਨ ਹੈਗੀ ਹੈ ਉੱਥੇ ਉਹ ਰੋਜ਼ ਅਲੱਗ-ਅਲੱਗ ਰੰਗਾਂ ਦੀਆਂ ਟੌਫੀਆਂ ਦੇਖਦਾ ਸੀ। and bought some whenever he was given a few ਪੈਸੇ। ਤੇ ਜਦੋਂ ਵੀ ਉਸਦੇ ਕੋਲ ਕੁਝ ਪੈਸੇ ਹੁੰਦੇ ਸੀ ਉਹ ਕੁਝ ਟੌਫੀਆਂ ਖਰੀਦ ਲੈਂਦਾ ਸੀ। he had always dreamt of stuffing his pockets with them when he had lots of money। ਸਟਫਿੰਗ ਦਾ ਮਤਲਬ ਭਰਨਾ। ਤੇ ਉਹ ਹਮੇਸ਼ਾ ਹੀ ਸੋਚਦਾ ਸੀ ਕਿ ਜਦੋਂ ਉਹਦੇ ਕੋਲ ਬਹੁਤ ਸਾਰਾ ਪੈਸਾ ਹੋਏਗਾ ਤੇ ਉਹ ਆਪਣੀਆਂ ਸਾਰੀਆਂ ਜੇਬਾਂ ਟੌਫੀਆਂ ਨਾਲ ਭਰ ਲਏਗਾ। Today his servant brought him a whole rupees worth। ਤੇ ਅੱਜ ਉਹਦਾ ਨੌਕਰ ਜਿਹੜਾ ਹੈ ਉਹ 1 ਰੁਪਏ ਦੀਆਂ ਬਹੁਤ ਸਾਰੀਆਂ ਟੌਫੀਆਂ ਲੈ ਕੇ ਆਇਆ ਉਹਦੇ ਲਈ। he took a piece and started eating it। ਉਹਨੇ ਇੱਕ ਟੁਕੜਾ ਚੱਕਿਆ, ਇੱਕ ਟੌਫੀ ਚੱਕੀ ਤੇ ਉਹਨੂੰ ਖਾਣ ਲੱਗ ਪਿਆ। but the old man did not care for children's sweets। ਪਰ ਅੱਜ ਐਵੇਂ ਲੱਗ ਰਿਹਾ ਸੀ ਵੀ ਉਹਨੂੰ ਇਹ ਮਿਠਾਈਆਂ ਦੇਖ ਕੇ ਕੋਈ ਖੁਸ਼ੀ ਨਹੀਂ ਹੋ ਰਹੀ ਜਿਵੇਂ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ। ਉਹਦਾ ਚਿੱਤ ਜਿਹਾ ਮਨ ਨਹੀਂ ਰਿਹਾ ਵੀ ਖਾਣਾ ਚਾਹੀਦਾ, ਜਿਵੇਂ ਬੱਚੇ ਨੂੰ ਦੇਖ ਕੇ ਹੁੰਦਾ ਨਾ ਲਾਲਚ ਵੀ ਮੈਨੂੰ ਖਾਣਾ ਹੈ, ਉਹਨੂੰ ਇਹ ਜਿਹਾ ਕੁਝ ਲੱਗ ਹੀ ਨਹੀਂ ਰਿਹਾ ਸੀ। let me give them to my ਚਾਈਲਡ ਫਾਦਰ। ਤੇ ਉਹ ਸੋਚਦਾ ਵੀ ਮੇਰੇ ਪਿਤਾ ਜੀ ਜਿਹੜੇ ਮੇਰੀ ਉਮਰ ਦੇ ਹੋ ਗਏ ਨੇ ਹੁਣ, ਮੈਂ ਉਹਨਾਂ ਨੂੰ ਜਾ ਕੇ ਟੌਫੀਆਂ ਦੇ ਦਿੰਦਾ, ਮੇਰੇ ਤਾਂ ਕਿਸੇ ਕੰਮ ਦੀ ਨਹੀਂ। he thought ਉਹਨੇ ਇਹ ਸੋਚਿਆ। but at once decided ਤੇ ਫਿਰ ਅਚਾਨਕ ਉਹਨੇ ਸੋਚਿਆ no it will make the boy sick। ਤੇ ਉਹਨੂੰ ਲੱਗਿਆ ਕਿ ਨਹੀਂ ਨਹੀਂ ਇਹ ਤਾਂ ਮੇਰੇ ਮੁੰਡੇ ਨੂੰ ਬਿਮਾਰ ਕਰ ਦੇਗਾ। ਹੁਣ ਮੁੰਡਾ ਕੌਣ ਹੈ? ਪਿਓ ਦਾ। all the little boys who had played kabaddi with Sushil till yesterday came as usual। ਤੇ ਸਾਰੇ ਨਿੱਕੇ ਨਿੱਕੇ ਮੁੰਡੇ ਜਿਹੜੇ ਕੱਲ ਤੱਕ ਸੁਸ਼ੀਲ ਨਾਲ ਕਬੱਡੀ ਖੇਡਦੇ ਸਨ, ਆਮ ਤੌਰ ਤੇ ਜਿਵੇਂ ਆਉਂਦੇ ਨੇ ਸ਼ਾਮੀ ਉਹਨੂੰ ਲੈਣ, ਉਹ ਉਵੇਂ ਹੀ ਉਹਦੇ ਘਰੇ ਆਏ। saw the old man and ran away। ਤੇ ਜਦੋਂ ਹੀ ਉਹਨਾਂ ਨੇ ਬਜ਼ੁਰਗ ਆਦਮੀ ਦੇਖਿਆ ਤੇ ਉਹ ਉੱਥੋਂ ਭੱਜ ਗਏ। Sushil had always thought he would play kabaddi with his friends all day long। ਤੇ ਸੁਸ਼ੀਲ ਹਮੇਸ਼ਾ ਸੋਚਦਾ ਸੀ ਵੀ ਜਦ ਮੈਂ ਵੱਡਾ ਹੋ ਜਾਵਾਂਗਾ ਤੇ ਮੈਂ ਆਪਣੇ ਦੋਸਤਾਂ ਦੇ ਨਾਲ ਕਬੱਡੀ ਖੇਡਾਂਗਾ। if he were as free as his father। ਜੇ ਮੈਂ ਉਨਾ ਆਜ਼ਾਦ ਹੋਵਾਂਗਾ ਜਿੰਨੇ ਮੇਰੇ ਪਿਤਾ ਜੀ ਨੇ ਤੇ ਮੈਨੂੰ ਕੋਈ ਰੋਕ ਹੀ ਨਹੀਂ ਪਾਏਗਾ, ਸਾਰਾ ਦਿਨ ਕਬੱਡੀ ਖੇਡਾਂਗਾ। but now the sight ਜਿਹੜਾ ਨਜ਼ਾਰਾ ਸੀ of them only irritated him। ਪਰ ਹੁਣ ਜਦੋਂ ਬੱਚਿਆਂ ਨੂੰ ਦੇਖਦਾ ਸੀ ਕਬੱਡੀ ਖੇਡਦੇ ਹੋਏ, ਰੌਲਾ ਪਾਉਂਦੇ ਹੋਏ, ਉਹ ਸਿਰਫ ਉਸਨੂੰ ਇਰੀਟੇਟ ਕਰਦਾ ਸੀ, ਉਹ ਪਰੇਸ਼ਾਨ ਹੁੰਦਾ ਸੀ ਉਹਨਾਂ ਦੀ ਆਵਾਜ਼ਾਂ ਕਰਕੇ। I am sitting in peace। ਉਹ ਕਹਿੰਦਾ ਮੈਂ ਸ਼ਾਂਤੀ ਨਾਲ ਬੈਠਾ ਹੋਇਆ ਇੱਥੇ। he thought
ਐਂਡ ਹੀਅਰ ਕਮ ਥੀਸ ਬॉयਜ਼ ਟੂ ਬੋਦਰ ਮੀ, ਤੇ ਇਹ ਆ ਕੇ ਇੱਥੇ ਰੌਲਾ ਪਾ ਰਹੇ ਨੇ, ਮੈਨੂੰ ਤੰਗ ਕਰ ਰਹੇ ਨੇ। ਹੁਣ ਉਹਦਾ ਚਿੱਤ ਹੀ ਨਹੀਂ ਹੈ ਕਬੱਡੀ ਖੇਡਣ ਦਾ। ਸੁਬਲ ਚੰਦਰ had the habit of sitting on the porch on his mat each day and think। ਤੇ ਜੇ ਗੱਲ ਕੀਤੀ ਜਾਏ ਉਹਦੇ ਪਿਤਾ ਜੀ ਦੀ, ਤਾਂ ਉਹਨਾਂ ਨੂੰ ਆਦਤ ਸੀ ਪੋਰਚ ਦੇ ਥੱਲੇ ਮੈਟ ਬਿਠਾ ਕੇ ਉਹਦੇ ਤੇ ਬੈਠਣਾ ਤੇ ਸੋਚਣ ਦੀ। ਰੋਜ਼ ਉਹ ਇੱਦਾਂ ਹੀ ਕਰਦੇ ਸੀ। When I was young, I wasted my time in mischief। ਤੇ ਉਹ ਕਹਿੰਦੇ ਵੀ ਜਦ ਮੈਂ ਯੰਗ ਸੀ, ਜਵਾਨ ਸੀ, ਤੇ ਮੈਂ ਆਪਣਾ ਸਾਰਾ ਜਿਹੜਾ ਸਮਾਂ ਹੈਗਾ ਹੈ ਉਹ ਸ਼ੈਤਾਨੀ ਕਰਦੇ ਹੋਏ ਹੀ ਬਤੀਤ ਕੀਤਾ। I wasted my time in mischief, ਸ਼ੈਤਾਨੀ ਕਰਦੇ ਹੋਏ। If I get my childhood back, I'd shut myself in my room and study quietly all day। ਤੇ ਉਹ ਸੋਚਦੇ ਸੀ ਵੀ ਜੇ ਮੈਂ ਵਾਪਸ ਆਪਣਾ ਬਚਪਨਾ ਹਾਸਲ ਕਰ ਪਾਇਆ ਤੇ ਮੈਂ ਆਪਣੇ ਆਪ ਨੂੰ ਸ਼ੈਤਾਨੀ ਦੇ ਵਿੱਚ ਬਿਜ਼ੀ ਨਹੀਂ ਕਰਾਂਗਾ, ਮੈਂ ਆਪਣਾ ਕਮਰਾ ਬੰਦ ਕਰਕੇ ਸਾਰਾ ਦਿਨ ਪੜਾਂਗਾ ਚੁੱਪਚਾਪ। But after getting his childhood, he did not like going to school। ਪਰ ਹੁਣ ਜਦੋਂ ਬੱਚੇ ਬਣ ਗਏ ਸੀ ਤਾਂ ਉਹਨਾਂ ਦਾ ਚਿੱਤ ਹੀ ਨਹੀਂ ਕਰਦਾ ਸੀ ਸਕੂਲ ਜਾਣ ਦਾ। ਸੁਸ਼ੀਲ, ਹੁਣ ਜਿਹੜਾ ਬੱਚਾ ਸੀ ਉਹ ਪਿਓ ਬਣ ਗਿਆ ਸੀ। ਸੁਸ਼ੀਲ would ask him in the morning, ਉਹ ਸਵੇਰੇ ਉਹਨਾਂ ਨੂੰ ਉਠਾ ਕੇ ਕਹਿੰਦਾ ਸੀ ਬਾਬਾ। ਬਾਬਾ ਕਿਉਂ? ਕਿਉਂਕਿ ਹੁਣ ਬੱਚਾ ਜਿਹੜਾ ਸੀ ਉਹ ਪਿਓ ਸੀ। won't you go to school? ਉਹ ਕਹਿੰਦਾ ਸੀ ਤੁਸੀਂ ਅੱਜ ਸਕੂਲ ਨਹੀਂ ਜਾਣਾ। ਸੁਬਲ would scratch his head, ਤੇ ਜਿਹੜਾ ਪਿਓ ਹੁਣ ਬੱਚਾ ਬਣਿਆ ਹੋਇਆ ਸੀ ਉਹ ਆਪਣਾ ਸਰ ਖੁਰਚਦਾ ਹੋਇਆ ਕਹਿੰਦਾ ਸੀ, ਆਪਣਾ lowered his eyes, ਆਪਣੀ ਅੱਖਾਂ ਨੂੰ ਥੱਲੇ ਕਰਕੇ, and say I've got tummy ache, I can't go to school। ਤੇ ਉਹ ਕਹਿੰਦਾ ਸੀ ਵੀ ਮੇਰਾ ਸਕੂਲ ਜਾਣਾ ਮੁਸ਼ਕਲ ਹੈ ਕਿਉਂਕਿ ਮੇਰੇ ਪੇਟ ਦੇ ਵਿੱਚ ਅੱਜ ਦਰਦ ਹੈਗਾ। ਸੁਸ਼ੀਲ would grow angry at this, ਤੇ ਜਿਹੜਾ ਸੁਸ਼ੀਲ ਹੁਣ ਪਿਓ ਬਣਿਆ ਹੋਇਆ ਸੀ ਉਹ ਇਹ ਗੱਲ ਸੁਣ ਕੇ ਉਹਨੂੰ ਗੁੱਸਾ ਆ ਜਾਂਦਾ ਸੀ। Oh, can't you? ਉਹ ਕਹਿੰਦਾ ਨਹੀਂ ਨਹੀਂ ਏਦਾਂ ਨਹੀਂ ਹੁੰਦਾ। I also had lots of tummy aches in my days when it was my time to go to school। ਉਹ ਕਹਿੰਦਾ ਇਹ ਨਹੀਂ ਚੱਲਣਾ। ਮੇਰੇ ਉਹਨਾਂ ਦਿਨਾਂ ਵਿੱਚ ਜਦੋਂ ਮੇਰਾ ਸਕੂਲ ਜਾਣ ਦਾ ਸਮਾਂ ਹੁੰਦਾ ਸੀ ਤਾਂ ਮੇਰਾ ਵੀ ਬਹੁਤ ਪੇਟ ਦਰਦ ਹੁੰਦਾ ਸੀ। ਮੈਂ ਸਭ ਗੱਲਾਂ ਸਮਝਦਾ। I know all your tricks। ਮੈਂ ਤੁਹਾਡੀਆਂ ਸਾਰੀਆਂ ਚਾਲਾਂ ਜਾਣਦਾ। ਸੁਸ਼ੀਲ began sending his little father to school by force। ਤੇ ਹੁਣ ਸੁਸ਼ੀਲ ਆਪਣੇ ਛੋਟੇ ਜਿਹੜੇ ਪਿਤਾ ਜੀ ਹੈਗੇ ਨੇ ਉਹਨਾਂ ਨੂੰ ਜ਼ਬਰਦਸਤੀ ਸਕੂਲ ਭੇਜਣਾ ਸ਼ੁਰੂ ਕਰ ਦਿੰਦਾ। On returning home, ਸੁਬਲ wanted to run about and play। ਤੇ ਘਰੇ ਆ ਕੇ ਜਿਹੜਾ ਸੁਬਲ ਸੀ, ਜਿਹੜਾ ਹੁਣ ਪਿਓ ਜਿਹੜਾ ਬੱਚਾ ਬਣ ਗਿਆ ਸੀ, ਉਹ ਘਰੇ ਆ ਕੇ ਇੱਧਰ ਉੱਧਰ ਭੱਜਣਾ ਚਾਹੁੰਦਾ ਸੀ, ਖੇਡਣਾ ਚਾਹੁੰਦਾ ਸੀ। But at that time, old Subal wanted to put on his glasses and read aloud from the Ramayana in a sing-song voice। ਆਮ ਤੌਰ ਤੇ ਹੁੰਦਾ ਸੀ ਬੱਚਾ ਚਾਹੁੰਦਾ ਸੀ ਇੱਧਰ ਉੱਧਰ ਘੁੰਮਣਾ ਫਿਰਨਾ, ਪਰ ਉਹ ਕਰਦੇ ਕੀ ਸੀ, ਉਹ ਆ ਕੇ ਚਸ਼ਮੇ ਜੇ ਪਾ ਕੇ ਆਪਣੇ ਰਮਾਇਣਾ ਪੜ੍ਹਦੇ ਸੀ। ਉਹ ਪੜ੍ਹਨਾ ਚਾਹੁੰਦੇ ਵੀ ਸੀ ਉੱਚੀ ਉੱਚੀ। ਤੇ ਜਿਹੜੇ ਸੁਬਲਸ ਨੋਇਜ਼ੀ ਗੇਮਸ ਡਿਸਟਰਬਡ ਹਿਮ। ਪਰ ਹੁਣ ਜਿਹੜਾ ਬੱਚਾ ਬਣਿਆ ਹੋਇਆ ਸੀ ਉਹਦੀ ਜਿਹੜੀ ਨੋਇਜ਼ੀ ਗੇਮਸ ਹੈਗੀਆਂ, ਖੇਡਾਂ ਹੈਗੀਆਂ ਜੋ ਪਰੇਸ਼ਾਨ ਕਰਦਾ ਸੀ, ਉਹ ਉਹਨਾਂ ਨੂੰ ਡਿਸਟਰਬ ਕਰਦਾ ਸੀ। ਸੋ ਹੀ ਵੁੱਡ ਮੇਕ ਸੁਬਲ ਸਿਟ ਡਾਊਨ ਵਿਦ ਹਿਸ ਸਲੇਟ ਐਂਡ ਡੂ ਸਮਸ, ਤਾਂ ਕਿ ਬੱਚਾ ਆਵਾਜ਼ ਨਾ ਕਰੇ। ਹੁਣ ਪਿਓ ਬੱਚਾ ਸੀ, ਤਾਂ ਕਿ ਉਹ ਆਵਾਜ਼ ਨਾ ਕਰੇ ਉਹਨੂੰ ਸਲੇਟ ਦੇ ਕੇ ਕੰਮ ਦੇ ਦਿੰਦੇ ਸੀ, ਜਿਵੇਂ ਆਪਾਂ ਬੱਚੇ ਨੂੰ ਰੁਝਾਈ ਰੱਖਦੇ ਹਾਂ ਵੀ ਇਹ ਸਮ ਕਰ। They were such long sums that his father took a whole hour to do a single one। ਤੇ ਜਿਹੜਾ ਸੁਸ਼ੀਲ ਸੀ ਉਹ ਆਪਣੇ ਪਿਓ ਨੂੰ ਚੁੱਪਚਾਪ ਬਿਠਾਉਣ ਦੇ ਚੱਕਰ ਦੇ ਵਿੱਚ ਇੰਨੇ ਵੱਡੇ ਵੱਡੇ ਸਵਾਲ ਦੇ ਦਿੰਦਾ ਸੀ ਕਿ ਉਹਨੂੰ ਸੋਲਵ ਕਰਨ ਦੇ ਵਿੱਚ ਪਿਤਾ ਨੂੰ, ਜਿਹੜੇ ਹੁਣ ਬੱਚਾ ਬਣ ਗਏ ਸੀ, ਉਹਨਾਂ ਨੂੰ ਘੰਟਾ ਘੰਟਾ ਲੱਗ ਜਾਂਦਾ ਸੀ। In the evenings, a group of old men gathered in Sushil's room to play chess। ਤੇ ਸ਼ਾਮ ਵੇਲੇ ਜਿਹੜੇ ਬਜ਼ੁਰਗ ਸੀ ਉਹ ਇਕੱਠੇ ਹੋ ਕੇ, ਉਹਨਾਂ ਦੀ ਇੱਕ ਟੋਲੀ ਆਂਦੀ ਸੀ ਤੇ ਉਹ ਸ਼ਤਰੰਜ ਖੇਡਣਾ ਪਸੰਦ ਕਰਦੇ ਸੀ। To keep Subal quiet at that time, ਤੇ ਉਸ ਵੇਲੇ ਜਿਹੜਾ ਬੱਚਾ ਹੈਗਾ ਉਹ ਆਵਾਜ਼ ਨਾ ਕਰੇ, ਸੁਸ਼ੀਲ hired a tutor who kept Subal busy till 10 at night। ਹੁਣ ਸੁਬਲ ਜਿਹੜਾ ਪਿਓ ਸੀ ਉਹ ਆਵਾਜ਼ ਕਰਦਾ ਸੀ ਕਿਉਂਕਿ ਉਹ ਬੱਚਾ ਬਣ ਗਿਆ ਸੀ,
ਤੇ ਉਹਨਾਂ ਨੂੰ ਆਵਾਜ਼ ਨਾ ਕਰੇ ਇਸੇ ਕਰਕੇ ਇੱਕ ਅਧਿਆਪਕ ਕਰੇ ਰੱਖ ਦਿੱਤਾ ਸੀ ਵੀ ਇਹ ਇਹਨਾਂ ਨੂੰ ਪੜ੍ਹਾਉਂਦਾ ਰਹੇ 10 ਵਜੇ ਤੱਕ ਤੇ ਆਪਾਂ ਸ਼ਤਰੰਜ ਖੇਡ ਸਕੀਏ ਆਪਣੇ ਦੋਸਤਾਂ ਨਾਲ। ਓਲਡ ਸੁਸ਼ੀਲ ਟੂ ਗॉट ਇਨਟੂ ਆਲ ਕਾਈਂਡਸ ਆਫ ਟਰਬਲ। ਤੇ ਜਿਹੜਾ ਬਜ਼ੁਰਗ ਸੁਸ਼ੀਲ ਸੀ, ਕਿਉਂਕਿ ਪਹਿਲਾ ਸੁਸ਼ੀਲ ਜਿਹੜਾ ਸੀ ਉਹ ਬੱਚਾ ਸੀ, ਉਹ ਵੀ ਬਹੁਤ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ। Nothing he had liked as a child agreed with him any longer। ਤੇ ਉਹ ਸਾਰੀਆਂ ਗੱਲਾਂ ਜੋ ਕਰਨਾ ਚਾਹੁੰਦਾ ਸੀ ਜਦੋਂ ਬੱਚਾ ਸੀ ਵੀ ਮੈਂ ਵੱਡਾ ਹੋਊਂਗਾ ਇਹ ਸਭ ਕਰਾਂਗਾ, ਹੁਣ ਉਹਦਾ ਚਿੱਤ ਹੀ ਨਹੀਂ ਹੈ ਕਿਉਂਕਿ ਉਹ ਬਜ਼ੁਰਗ ਹੋ ਗਿਆ। He used to take a dip in the pond। ਉਹ ਪੌਂਡ ਦੇ ਵਿੱਚ ਡੁਬਕੀ ਲਾਂਦਾ ਸੀ ਪਹਿਲਾਂ, ਹੈ ਨਾ, ਛੱਪੜ ਦੇ ਵਿੱਚ ਜਾਂਦਾ ਸੀ, ਉੱਥੇ ਡੁਬਕੀ ਲਾਂਦਾ ਸੀ। On doing it now, his joints grew stiff and swollen। ਤੇ ਜੇਕਰ ਉਹ ਹੁਣ ਇੱਦਾਂ ਜਾ ਕੇ ਡੁਬਕੀ ਲਾਏ ਤਾਂ ਉਹਦੇ ਜਿਹੜੇ ਜੋੜ ਹੈਗੇ ਨੇ ਉਹ ਅਕੜ ਜਾਂਦੇ ਸੀ, ਹੈ ਨਾ। ਅਕੜ ਜਾਣਾ, ਸਟਿਫ ਹੋ ਜਾਣਾ, ਯਾਨੀ ਕਿ ਸੁੱਜ ਜਾਂਦੇ ਸੀ। ਸਟਿਫ ਦਾ ਮਤਲਬ ਅਕੜ ਜਾਣਾ, ਸੋਲਨ ਦਾ ਮਤਲਬ ਸੁੱਜ ਜਾਂਦੇ ਸੀ। ਐਂਡ ਹੀ ਗॉट ਰੂਮੈਟਿਜ਼ਮ ਦੈਟ ਟੁਕ 6 months ਟੂ ਕਿਉਰ। ਤੇ ਇਸ ਕਰਕੇ ਉਹਨਾਂ ਨੂੰ ਗਿੱਟਿਆਂ ਦੇ ਵਿੱਚ ਬਿਮਾਰੀ ਹੋ ਜਾਂਦੀ ਸੀ ਜੋ ਠੀਕ ਹੋਣ ਨੂੰ 6 ਮਹੀਨੇ ਲੱਗ ਜਾਂਦੇ ਸੀ, ਹੱਡੀਆਂ ਦੀ ਬਿਮਾਰੀ। After that he bathed once every 2 days with warm water। ਤੇ ਇਸ ਤੋਂ ਇਲਾਵਾ ਉਹ 2 ਦਿਨ ਦੇ ਵਿੱਚ ਇੱਕ ਵਾਰ ਹੀ ਨਹਾਉਂਦੇ ਸੀ, ਇਸ਼ਨਾਨ ਕਰਦੇ ਸੀ, ਉਹ ਵੀ ਗਰਮ ਪਾਣੀ ਦੇ ਨਾਲ। And did not let Subal bathe in the pond either। ਤੇ ਉਹ ਆਪਣੇ ਬੱਚੇ ਨੂੰ, ਪਿਓ ਬੱਚਾ ਬਣ ਗਿਆ ਸੀ, ਉਹਨੂੰ ਵੀ ਛੱਪੜ ਦੇ ਵਿੱਚ ਜਾ ਕੇ ਡੁਬਕੀ ਨਹੀਂ ਲਾਣ ਦਿੰਦੇ ਸੀ। ਉਹਨਾਂ ਨੂੰ ਲੱਗਦਾ ਸੀ ਵੀ ਇਹ ਵੀ ਬਿਮਾਰ ਹੋ ਜਾਊਗਾ। If he jumped out of bed as he had done as a child, all his bones would ache। ਤੇ ਜਿਵੇਂ ਉਹ ਬੱਚਾ ਹੁੰਦੇ ਹੋਏ ਇੱਕ ਜੰਪ ਮਾਰ ਕੇ, ਛਲਾਂਗ ਮਾਰ ਕੇ ਬੈੱਡ ਤੋਂ ਬਾਹਰ ਆ ਜਾਂਦੇ ਸੀ, ਤੇ ਹੁਣ ਜੇ ਸੁਸ਼ੀਲ ਟਰਾਈ ਕਰੇ ਵੀ ਮੈਂ ਜੰਪ ਮਾਰ ਕੇ ਬਾਹਰ ਆ ਜਾਵਾਂ, ਉਹ ਤਾਂ ਬਜ਼ੁਰਗ ਹੋ ਗਏ, ਉਹਨਾਂ ਦੇ ਤਾਂ ਹੱਡੀਆਂ ਦੇ ਵਿੱਚ ਜਾਨ ਹੈ ਹੀ ਨਹੀਂ, ਉਹ ਦਰਦ ਕਰਨ ਲੱਗ ਪੈਂਦੀਆਂ ਸੀ। No sooner did he put a pan into his mouth then he found he had no teeth to chew it with। ਤੇ ਜਦੋਂ ਪਾਨ ਆਪਣੇ ਮੂੰਹ ਦੇ ਵਿੱਚ ਪਾਉਂਦੇ ਸੀ ਚਬਾਉਣ ਲਈ, ਤਾਂ ਉਹਨਾਂ ਨੂੰ ਪਤਾ ਲੱਗਦਾ ਸੀ ਉਹ ਮੇਰੇ ਤਾਂ ਦੰਦ ਹੀ ਨਹੀਂ ਹੈ, ਹੁਣ ਮੈਂ ਬੱਚਾ ਨਹੀਂ ਰਿਹਾ। By chance if he took up a comb, ਤੇ ਜੇ ਗਲਤੀ ਨਾਲ ਉਹ ਕੰਘੀ ਵੀ ਚੱਕ ਲੈਂਦੇ ਸੀ, he would be reminded that he had no hair left। ਉਹਨਾਂ ਨੂੰ ਯਾਦ ਆਉਂਦਾ ਸੀ ਮੇਰੇ ਤਾਂ ਬਾਲ ਹੀ ਨਹੀਂ ਰਹੇ। ਸੁਬਲ ਚੰਦਰਾ ਜਿਹੜਾ ਪਿਓ ਸੀ, ਹੁਣ ਉਹ ਬੱਚਾ ਬਣ ਗਿਆ ਸੀ, ਉਹ ਹੈਗਾ ਸੁਬਲ ਚੰਦਰਾ। 2 sometimes forgot how young he was। ਪਿਓ ਵੀ ਭੁੱਲ ਜਾਂਦਾ ਸੀ ਵੀ ਮੈਂ ਹੁਣ ਬੱਚਾ ਬਣ ਗਿਆ, ਹੁਣ ਮੈਂ ਕਿੰਨਾ ਯੰਗ ਹੈਗਾ, ਜਵਾਨ ਹੈਗਾ। Imagining himself to be as old as before, he would turn up at old men's gathering। ਤੇ ਇਹ ਸੋਚਦੇ ਹੋਏ ਵੀ ਅਸਲ ਦੇ ਵਿੱਚ ਤਾਂ ਮੈਂ ਬਜ਼ੁਰਗ ਸੀ, ਹੈ ਨਾ, ਵੀ ਮੈਂ ਇੰਨਾ ਬਜ਼ੁਰਗ ਸੀ ਵੀ ਮੈਂ ਬਜ਼ੁਰਗਾਂ ਨਾਲ ਜਾ ਕੇ ਬੈਠਦਾ ਸੀ, ਜਿੱਥੇ ਉਹ ਇਕੱਠੇ ਹੁੰਦੇ ਸੀ, ਉਹ ਵੀ ਉੱਥੇ ਚਲਾ ਜਾਂਦਾ ਸੀ, ਪਰ ਹੁਣ ਤਾਂ ਉਹ ਬੱਚਾ ਬਣ ਗਿਆ ਸੀ। Turn up at old men's gatherings where they were playing cards or dice। ਜਿੱਥੇ ਉਹ ਸਾਰੇ ਬਜ਼ੁਰਗ ਇਕੱਠੇ ਹੋ ਕੇ ਤਾਸ਼ ਖੇਡ ਰਹੇ ਸੀ ਜਾਂ ਫਿਰ ਡਾਈਸ ਦੇ ਨਾਲ ਲੁੱਡੋ ਜਾਂ ਕੋਈ ਹੋਰ ਗੇਮ ਖੇਲ ਰਹੇ ਸੀ। And begin to talk like a grown up। ਤੇ ਉੱਥੇ ਬੱਚਾ ਜਾ ਕੇ ਜੇ ਵੱਡਿਆਂ ਵਾਂਗ ਗੱਲਾਂ ਕਰੇ ਤਾਂ ਅਜੀਬ ਹੀ ਲੱਗੂਗਾ। They would box his ears। box his ears ਦਾ ਮਤਲਬ box ears ਕਰਨਾ ਮਤਲਬ ਕਿਸੇ ਦੇ ਕੰਨ ਪੁੱਟਣੇ। ਤੇ ਉਹ ਜਿਹੜੇ ਬਜ਼ੁਰਗ ਸੀ ਉਹ ਹੁਣ ਜਿਹੜਾ ਸੁਬਲ ਚੰਦਰਾ ਸੀ ਜੋ ਬੱਚਾ ਬਣ ਗਿਆ ਸੀ, ਉਹਦੇ ਕੰਨ ਪੁੱਟ ਕੇ ਉਹਨੂੰ ਭਰੇ ਨੂੰ ਭੇਜ ਦਿੰਦੇ ਸੀ, ਇਹ ਕਹਿੰਦੇ ਹੋਏ ਵੀ ਭੱਜ ਜਾ ਇੱਥੋਂ ਤੇ ਆਪਣਾ ਜਾ ਕੇ ਖੇਡ, ਤੂੰ ਬਜ਼ੁਰਗ ਥੋੜੀ ਹੈ। At last Subal began to pray earnestly। ਤੇ ਅਖੀਰ ਦੇ ਵਿੱਚ ਅਖੀਰਕਾਰ ਆਪਾਂ ਕਹਿ ਸਕਦੇ ਹਾਂ ਸੁਬਲ ਨੇ ਦਿਲੋਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। If only I were as old as my son Sushil and free to do what I like। ਤੇ ਉਹ ਕਹਿੰਦਾ ਵੀ ਕਾਸ਼ ਮੈਂ ਓਨਾ ਬਜ਼ੁਰਗ ਹੁੰਦਾ ਜਿੰਨਾ ਹੁਣ ਮੇਰਾ ਪੁੱਤ ਹੈਗਾ, ਤੇ ਮੈਂ ਉਹ ਸਭ ਕਰ ਸਕਦਾ ਜੋ ਮੈਂ ਚਾਹੁੰਦਾ। ਐਂਡ ਸੁਸ਼ੀਲ ਜਿਹੜਾ ਮੁੰਡਾ ਸੀ ਹੁਣ ਬਜ਼ੁਰਗ ਬਣਿਆ ਹੋਇਆ ਸੀ, ਉਹ ਕੀ ਪ੍ਰੇ ਕਰਦਾ ਸੀ? ਓ ਲਾਰਡ ਮੇਕ ਮੀ ਐਜ਼ ਯੰਗ ਐਜ਼ ਮਾਈ ਫਾਦਰ ਸੋ ਦੈਟ ਆਈ ਮਾਈਟ ਪਲੇ ਅਗੇਨ ਐਜ਼ ਮਚ ਐਜ਼ ਆਈ ਵਾਂਟ ਟੂ। ਤੇ ਹੁਣ ਜਿਹੜਾ ਬੱਚਾ ਸੀ ਜੋ ਬਜ਼ੁਰਗ ਬਣਿਆ ਹੋਇਆ ਸੀ, ਉਹ ਕਹਿੰਦਾ ਵੀ ਹੇ ਰੱਬਾ ਪਲੀਜ਼ ਮੈਨੂੰ ਓਨਾ ਜਵਾਨ ਕਰ ਦਿਓ ਜਿੰਨੇ ਹੁਣ ਮੇਰੇ ਪਿਤਾ ਜੀ ਨੇ, ਤਾਂ ਕਿ ਮੈਂ ਓਨਾ ਖੇਡ ਪਾਵਾਂ ਜਿੰਨਾ ਮੇਰਾ ਚਿੱਤ ਕਰਦਾ ਹੈ। ਇਸ ਬੁਢਾਪੇ ਵਿੱਚ ਤਾਂ ਮੈਂ ਖੇਡ ਨਹੀਂ ਸਕਦਾ।
I can't control my father anymore, ਤੇ ਹੁਣ ਮੈਂ ਆਪਣੇ ਪਿਤਾ ਜੀ ਨੂੰ ਵੀ ਨਹੀਂ ਕੰਟਰੋਲ ਕਰ ਸਕਦਾ, ਕਾਬੂ ਵਿੱਚ ਨਹੀਂ ਕਰ ਸਕਦਾ, ਉਹ ਸ਼ਰਾਰਤੀ ਹੋ ਗਏ ਨੇ। He's become very naughty, ਤੇ ਉਹ ਬਹੁਤ ਸ਼ਰਾਰਤੀ ਹੋ ਗਏ ਨੇ। And I'm worried about him all the time, ਕਿਉਂਕਿ ਉਹ ਇੰਨੀ ਸ਼ਰਾਰਤ ਕਰਦੇ ਨੇ, ਇਸ ਕਰਕੇ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ, ਫਿਕਰ ਰਹਿੰਦੀ ਹੈ। The lady of wishes now came again to ask, ਤੇ ਹੁਣ ਉਹ ਜਿਹੜੀ ਇੱਛਾਵਾਂ ਪੂਰੀ ਕਰਦੀ ਹੈ ਲੇਡੀ, ਉਹ ਵਾਪਸ ਆਈ ਤੇ ਉਹਨੂੰ ਆ ਕੇ ਪੁੱਛਦੀ ਹੈ, well, have you had enough of your wishes, ਕਿ ਤੁਹਾਡੀ ਇੱਛਾਵਾਂ ਪੂਰੀਆਂ ਹੋ ਗਈਆਂ ਨੇ, ਤਸੱਲੀ ਹੋ ਗਈ ਆ। Both father and son bowed, ਝੁਕਣਾ, bowed their heads as low as her feet, ਤੇ ਉਹ ਝੁਕ ਗਏ ਉਹਦੇ ਪੈਰਾਂ ਵਿੱਚ ਜਾ ਕੇ, ਦੋਨੋਂ ਪੁੱਤ ਤੇ ਪਿਓ। Yes mother, we've had enough, ਉਹ ਕਹਿੰਦੇ ਹਾਂਜੀ ਮਾਂ, ਬਹੁਤ ਹੋ ਗਿਆ, ਕਾਫੀ ਹੋ ਗਿਆ। Please turn us back into what we were before, please ਸਾਨੂੰ ਉਹੀ ਬਣਾ ਦਿਓ ਜੋ ਆਪਾਂ ਪਹਿਲਾਂ ਸੀਗੇ। All right, she said, you will both be yourselves again tomorrow morning, ਉਹ ਕਹਿੰਦੀ ਠੀਕ ਹੈ, ਕੋਈ ਨਾ, ਤੁਸੀਂ ਕੱਲ ਸਵੇਰੇ ਦੋਨੋਂ ਫੇਰ ਆਪਸ ਵਿੱਚ ਬਦਲ ਜਾਓਗੇ, ਉਹੀ ਹੋ ਜਾਓਗੇ ਜੋ ਪਹਿਲਾਂ ਸੀ। Next morning, Subal was the same old man as before, ਤੇ ਅਗਲੀ ਸਵੇਰ ਸੁਬਲ ਫੇਰ ਪਹਿਲਾਂ ਵਾਂਗ ਉਹੀ ਬਜ਼ੁਰਗ ਇਨਸਾਨ ਬਣ ਗਿਆ ਸੀ, ਬਜ਼ੁਰਗ ਪਿਤਾ ਬਣ ਗਿਆ ਸੀ। And Sushil woke up as the little boy he used to be, ਤੇ ਜਿਹੜਾ ਸੁਸ਼ੀਲ ਸੀ ਉਹ ਵਾਪਸ ਜਦ ਉੱਠਿਆ ਤਾਂ ਉਹੀ ਬੱਚਾ ਸੀ ਜਿੱਦਾਂ ਉਹ ਪਹਿਲਾਂ ਸੀ। Both imagined they had been dreaming, ਤੇ ਦੋਨਾਂ ਨੂੰ ਐਵੇਂ ਲੱਗਿਆ ਵੀ ਆਪਾਂ ਜਿਵੇਂ ਸੁਪਨਾ ਲਿਆ ਆਪਾਂ ਦੋਵਾਂ ਨੇ। Subal called his son and said, ਤੇ ਪਿਤਾ ਜੀ ਨੇ ਆਪਣੇ ਮੁੰਡੇ ਨੂੰ ਆਵਾਜ਼ ਮਾਰੀ ਤੇ ਕਿਹਾ, ਸੁਸ਼ੀਲ, aren't you going to start learning your grammar, ਤੇ ਉਹ ਕਹਿੰਦੇ ਨੇ ਕਿ ਸੁਸ਼ੀਲ, ਕੀ ਤੁਸੀਂ ਅੱਜ ਆਪਣੀ ਵਿਆਕਰਣ ਸਿੱਖਣਾ ਸ਼ੁਰੂ ਨਹੀਂ ਕਰ ਰਹੇ। ਸੁਸ਼ੀਲ scratched his head, ਸੁਸ਼ੀਲ ਮੁੰਡੇ ਨੇ ਆਪਣਾ ਸਰ ਜਿਹੜਾ ਹੈਗਾ ਉਹ ਖੁਰਚਦੇ ਹੋਏ ਕਿਹਾ, and said, father, I've lost my book, ਤੇ ਉਹ ਕਹਿੰਦਾ ਵੀ ਪਿਤਾ ਜੀ ਮੇਰੀ ਕਿਤਾਬ ਗੁਆਚ ਗਈ ਹੈ। ਤੇ ਇਹ ਸੀ ਇੰਟਰਸਟਿੰਗ ਚੈਪਟਰ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਏਗਾ। ਜਾਣ ਤੋਂ ਪਹਿਲਾਂ ਆਪਾਂ ਸ਼ਬਦਾਵਲੀ ਕਰ ਲਈਏ, ਗਲੋਸਰੀ ਸਮਝ ਲਈਏ ਕਿਹੜੇ ਕਿਹੜੇ ਔਖੇ ਸ਼ਬਦ ਨੇ। ਫਰੇਲ ਦਾ ਮਤਲਬ ਹੁੰਦਾ ਕਮਜ਼ੋਰ, ਵੀਕ। ਐਨੋਇੰਗ ਦਾ ਮਤਲਬ ਹੁੰਦਾ ਹੈ ਜੋ ਜਿਹਦੇ ਨਾਲ ਆਪਾਂ ਨੂੰ ਗੁੱਸਾ ਆ ਜਾਏ, ਮੇਕਿੰਗ ਪੀਪਲ ਐਂਗਰੀ, ਨਾਰਾਜ਼ ਕਰਨ ਵਾਲਾ। ਪ੍ਰੈਂਕ ਦਾ ਮਤਲਬ ਮਜ਼ਾਕ ਕਰਨਾ। ਟ੍ਰਿਕ ਪਲੇਡ ਔਨ ਪੀਪਲ ਐਜ਼ ਅ ਜੋਕ, ਜਿਵੇਂ ਆਪਾਂ ਚਲਾਕੀ ਖੇਡਦੇ ਆ ਮਜ਼ਾਕ ਦੇ ਤੌਰ ਤੇ, ਉਹ ਹੁੰਦਾ ਪ੍ਰੈਂਕ। ਰੋਮੈਟਿਕ ਹੁੰਦਾ ਹੈ ਆਪਣੇ ਸਫਰਿੰਗ ਫਰੋਮ ਪੇਨਫੁਲ ਜॉइंट्स, ਜਦ ਆਪਾਂ ਗੋਡਿਆਂ ਦੇ ਵਿੱਚ ਪੇਨ ਹੋ ਜਾਂਦੀ ਹੈ। ਅੱਗੇ ਟਮੀ ਏਕ ਯਾਨੀ ਕਿ ਪੇਟ ਦਰਦ, ਪੇਟ ਦੇ ਵਿੱਚ ਦਰਦ, ਪੇਨ ਇਨ ਦ ਸਟਮਕ। ਮੇਕਅਪ, ਇਨਵੈਂਟ ਐਨ ਐਕਸਕਿਊਜ਼, ਮੇਕਅਪ ਯਾਨੀ ਕਿ ਇੱਕ ਬਹਾਨਾ ਕੱਢਣਾ। ਇਨ ਅ ਫਿਕਸ ਦਾ ਮਤਲਬ ਹੁੰਦਾ ਹੈ ਕਿ ਆਪਾਂ ਇੱਕ ਬੁਰੀ ਸਿਚੁਏਸ਼ਨ ਦੇ ਵਿੱਚ ਫਸ ਗਏ ਹਾਂ। ਇਨ ਅ ਮੈਸ, ਇਨ ਅ ਬੈਡ ਸਿਚੁਏਸ਼ਨ। ਪੈਂਪਰਡ, ਜਿਹਨੂੰ ਆਪਾਂ ਕਹਿੰਦੇ ਹਾਂ ਬਹੁਤ ਲਾਡ ਲਡਾਇਆ ਹੋਇਆ, ਸਪੋਇਲਡ, ਵਿਗੜਿਆ ਹੋਇਆ। ਕ੍ਰੈਕ ਆਫ ਡੌਨ, ਵੈਰੀ अर्ਲੀ ਇਨ ਦ ਮੋਰਨਿੰਗ, ਯਾਨੀ ਸਾਜਰੇ ਸਾਜਰੇ ਜਿਵੇਂ ਆਪਾਂ ਕਹਿੰਦੇ ਹਾਂ, ਜਾਂ ਸਵੇਰੇ ਸਵੇਰੇ। ਸੀਮਸ ਕੀ ਹੁੰਦਾ, ਉਹ ਜਿੱਥੇ ਕੱਪੜੇ ਨੂੰ ਸਿਲਿਆ ਜਾਂਦਾ ਇਕੱਠਾ ਕਰਕੇ। The line where two pieces of cloth are sewn together, sewn together मतलब सिलिया जाता है। Yawned, वासी लेना। To open the mouth wide, वड्डा खोलना। And take a deep breath, लंबा जिहा साह लेना। Mischief का मतलब शरारत करना। Bad behavior that makes people angry, शरारत करन दा मतलब यही है भी दूजिਆਂ ਨੂੰ गुस्सा आए। Nothing agreed with, ਇਹਦਾ मतलब ਹੁੰਦਾ है made one fell ill or sick, मतलब कि कोई बीमार हो जाए। swollen ਜਿਹਦਾ मतलब ਹੁੰਦਾ है, ਇੱਕ ਦਾ मतलब ਹੁੰਦਾ है ਸੁੱਜਿਆ ਹੋਇਆ, ਠੀਕ ਹੈ। swollen ਦਾ मतलब ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੱਡਾ ਹੋ ਜਾਣਾ, ਜਿਵੇਂ ਸੁੱਜ ਜਾਂਦਾ ਹੈ ਨਾ ਕੋਈ ਚੀਜ਼, ਉਹਨੂੰ ਆਪਾਂ ਕਹਿ ਸਕਦੇ ਹਾਂ swollen। ਅੱਗੇ box ears ਯਾਨੀ ਕਿ ਕਿਸੇ ਦੇ ਕੰਨ ਪੁੱਟਨੇ। pull someone's ears, ਉਹਨੂੰ ਆਪਾਂ ਕਹਿੰਦੇ ਹਾਂ box ears। ਤੇ ਇਹ ਸੀ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਇਹਦੇ ਕੁਐਸਚਨ ਆਨਸਰਸ ਕਰਾਂਗੇ ਤੇ ਅਗਲਾ ਚੈਪਟਰ ਸ਼ੁਰੂ ਕਰਾਂਗੇ। ਪਰ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।